अमृतसर देहाती के अधीन आते पुलिस थाना मेहता में दर्ज एफआईआर नंबर 65 में नामजद आरोपियों को पुलिस पकड़ने में नाकाम साबित हो रही है। पुलिस की मंशा पर सवाल खड़े करते पीड़िता ने आला पुलिस अधिकारियों से इंसाफ की गुहार लगाई है। न्यू गोल्डन एवेन्यू अमृतसर की निवासी परमजीत कौर की बेटी हरप्रीत कौर ने एक पत्रकार वार्ता के दौरान बताया कि उसके पिता की 13 साल पहले मौत हो चुकी है। मेहता में उनके पिता की दुकान है, पर पिता की मौत के बाद उसके भाई ने पटवारी, नंबरदार और झूठे गवाह के साथ मिलकर पिता की झूठी वसीयत तैयार करवा ली। उन्होंने इसकी शिकायत पुलिस को दी। डीएसपी स्तर के अधिकारी ने इसकी जांच की और जांच में उसके भाई, पटवारी, नंबरदार और गवाह के खिलाफ केस दर्ज किया गया। केस दर्ज किए 10 दिन बीत चुके हैं, पर मेहता थाने की पुलिस आरोपियों को राजनीतिक संरक्षण के कारण गिरफ्तार नहीं कर रही। उसका भाई और दूसरे आरोपी उन्हें केस वापस लेने का दबाव बना रहे हैं और धमका रहे हैं। पीड़िता के वकील एडवोकेट साई किरण प्रिंजा ने कहा कि पुलिस पीड़िता पक्ष को कह रही है कि आरोपियों की गिरफ्तारी करवाए, जबकि आरोपियों की गिरफ्तारी की जिम्मेदारी पुलिस की है। उन्होंने कहा कि यदि मेहता थाने की पुलिस ने आरोपियों को जल्द गिरफ्तार न किया तो सीनियर पुलिस अधिकारियों के नोटिस में मामला लाया जाएगा। मैं हरप्रीत कौर, मेरे मदर ने परमजीत कौर। ਅਸੀਂ ਨਿਊ ਗੋਲਡਨ ਐਵਨਿਊ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਤੇ ਮੇਰੇ ਪਾਪਾ ਦੀ ਜਿਹੜੀ ਡੈਥ ਆ 2008 ਵਿੱਚ ਹੋ ਗਈ ਹੋਈ ਹੈ। ਮੇਰਾ ਇੱਕ ਬ੍ਰਦਰ ਹੈ ਗੁਰਦੀਪ ਸਿੰਘ, ਜਿਸ ਤੋਂ ਪਾਪਾ ਦੀ ਡੈਥ ਤੋਂ ਬਾਅਦ ਉਹਨੇ ਮੇਰੇ ਪਾਪਾ ਦੀ ਇੱਕ ਫੇਕ ਵਿਲ ਬਣਾ ਕੇ ਤੇ ਮੇਰੇ ਮੰਮਾ ਦੀ ਜਿਹੜੀ ਪ੍ਰਾਪਰਟੀ ਇੱਕ ਹਵਾਈ ਤਬਾਦਲਾ ਕਰਵਾ ਕੇ ਆਪਣੇ ਨਾਮ ਤੇ ਕਰਵਾ ਲਈ ਹੈ। ਤੇ ਉਸ ਦੇ ਰਿਗਾਰਡਿੰਗ ਮੇਰੇ ਮਦਰ ਨੇ ਉਹਨੂੰ ਪਹਿਲਾਂ ਤੇ 2019 ਵਿੱਚ ਬੇਦਖਲ ਕੀਤਾ ਸੀ ਆਪਣੀ ਸਾਰੀ ਪ੍ਰਾਪਰਟੀ ਚੋਂ। ਤੇ ਉਸ ਤੋਂ ਬਾਅਦ ਉਹਨੇ ਸਾਡੇ ਤੇ ਮੇਰੇ ਮੰਮਾ ਦੀ ਇੱਕ ਪ੍ਰਾਪਰਟੀ ਜਿਹੜੀ ਉਹਨੂੰ ਹਵਾਈ ਤਬਾਦਲਾ ਕੀਤਾ, ਉਹ ਵੀ ਬੇਦਖਲ ਹੋਣ ਤੋਂ ਬਾਅਦ ਆਪਣੇ ਨਾਮ ਤੇ ਕਰਵਾਈ ਹੈ। ਇੱਕ ਸਾਡੇ ਉੱਪਰ ਪ੍ਰੈਸ਼ਰ ਬਣਾਉਣ ਵਾਸਤੇ ਉਹਨੇ ਇੱਕ ਸਾਡੇ ਤੇ ਮੇਰੇ ਤੇ ਸਿਰਫ ਮੇਰੇ ਮੰਮਾ ਦੇ ਉੱਪਰ ਇੱਕ ਡੋਰੀ ਦਾ ਕੇਸ ਰਜਿਸਟਰ ਕਰਵਾਇਆ, ਕੇਸ ਕੀਤਾ ਗਿਆ, ਉਹ ਵੀ ਜੰਡਿਆਲਾ ਗੁਰੂ ਵਿੱਚ, ਜਦ ਕਿ ਮੈਂ ਤੇ ਮੇਰੇ ਮੰਮਾ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਆ ਤੇ ਜਿਹੜੇ ਮੇਰੀ ਭਾਬੀ ਹੈ ਉਹ ਮੁਹਾਲੀ ਦਾ ਉਹਨਾਂ ਦਾ ਉਸ ਟਾਈਮ ਦਾ ਐਡਰੈਸ ਸੀ। ਤੇ ਜੰਡਿਆਲਾ ਕੇਸ ਵਿੱਚ ਕੋਈ ਕੇਸ ਨਹੀਂ ਬਣਦਾ ਸੀ, ਸਿਰਫ ਡੈਨੀ ਐਮਐਲਏ ਦੀ ਅਪਰੋਚ ਕਰਕੇ ਉਹਨਾਂ ਨੇ ਉੱਥੋਂ ਦੀ ਕੇਸ ਰਜਿਸਟਰ ਕਰਵਾਇਆ ਕਿ ਸਾਡੇ ਉੱਪਰ ਪ੍ਰੈਸ਼ਰ ਬਣੇ ਤੇ ਆਪਾਂ ਆਪਣੇ ਬਾਕੀ ਕੇਸ ਵਾਪਸ ਲੈ ਲਈਏ, ਜੋ ਵੀ ਆਪਾਂ ਉਹਦੇ ਗੁਰਦੀਪ ਸਿੰਘ ਦੇ ਅਗੇਂਸਟ ਕੀਤੇ ਨੇ, ਤੇ ਉਹ ਪ੍ਰਾਪਰਟੀ ਜਿਹੜੀ ਹੈ ਮੰਮਾ ਕੋਲੋਂ ਆਪਣੇ ਨਾਮ ਤੇ ਕਰਵਾ ਸਕੇ ਤੇ ਆਪਾਂ ਉਹਨਾਂ ਨੂੰ ਕਿਨਾ ਫ੍ਰੀ ਹੋ ਜਾਣਗੇ, ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੂੰ ਕੋਈ ਸਜ਼ਾ ਨਾ ਮਿਲ ਸਕੇ। ਤੇ ਇਹ ਹੁਣ ਐਫਆਈ ਸਾਡੀ ਜਿਹੜੀ ਦੋ ਆਪਾਂ ਕੇਸ ਲਗਾਏ ਸੀ ਗੁਰਦੀਪ ਸਿੰਘ ਦੇ ਅਗੇਂਸਟ, ਇੱਕ ਮੇਰੇ ਪਾਪਾ ਦੀ ਫੇਕ ਵਿਲ ਜਿਹੜੀ ਬਣਾਈ ਹੈ ਗੁਰਦੀਪ ਸਿੰਘ ਨੇ, ਇੱਕ ਮੇਰੇ ਮੰਮਾ ਦਾ ਜਿਹੜਾ ਉਹਨੇ ਹਵਾਈ ਤਬਾਦਲਾ ਕਰਵਾਇਆ ਸੀ ਉਹਦੇ ਅਗੇਂਸਟ। ਇੱਕ ਐਫਆਈਆਰ ਜਿਹੜੀ ਹੈ ਡੀਐਸਪੀ ਰਵਿੰਦਰ ਸਿੰਘ ਕ੍ਰਾਈਮਸ ਅਗੇਂਸਟ ਪ੍ਰਾਪਰਟੀ ਦੇ ਨੇ, ਜਿਹੜੇ ਦਰਬੁਰਜੀ ਪੁਲਿਸ ਲਾਈਨ ਵਿੱਚ ਬੈਠਦੇ ਨੇ, ਉਹਨਾਂ ਨੇ ਐਫਆਈਆਰ ਜਿਹੜੀ ਹੈ ਰਜਿਸਟਰ ਕਰ ਦਿੱਤੀ ਹੈ, ਫਾਈਲ ਹੋ ਚੁੱਕੀ ਹੋਈ ਹੈ ਗੁਰਦੀਪ ਸਿੰਘ ਦੇ ਅਗੇਂਸਟ, ਜਿਹਦੀ ਐਫਐਸਐਲ ਮੋਹਾਲੀ ਤੋਂ ਸਾਈਨ ਟੈਸਟ ਹੋ ਕੇ ਬਕਾਇਦਾ ਉਸ ਤੋਂ ਬਾਅਦ ਉਹ ਸਾਈਨ ਕਿੰਨਾ ਜਿਹੜੀ ਐਫਆਈਆਰ ਕੀਤੀ ਗਈ ਹੈ। ਉਸ ਤੋਂ ਬਾਅਦ ਐਫਆਈਆਰ ਨੂੰ ਹੋਏ 11 ਦਿਨ ਹੋ ਗਏ ਨੇ, 15/6 ਦੀ ਐਫਆਈਆਰ ਹੋਈ ਹੈ, ਅੱਜ 11 ਦਿਨ ਹੋ ਗਏ ਨੇ। ਮਹਿਤੇ ਦੀ ਪੁਲਿਸ ਕੋਲ ਹੁਣ ਕੇਸ ਗਿਆ ਵੈ, ਉਹ ਅੱਗੇ ਦੀ ਕਾਰਵਾਈ ਕੁਛ ਨਹੀਂ ਕਰ ਰਹੀ ਹੈ, ਮੁਜਰਮ ਨੂੰ ਕੋਈ ਗ੍ਰਿਫਤਾਰ ਨਹੀਂ ਕਰ ਰਹੀ। ਮੈਂ ਉੱਥੋਂ ਦੇ ਜਿਹੜੇ ਇੰਚਾਰਜ ਨੇ ਜਿਹੜੇ ਉਹਨਾਂ ਨੂੰ ਕਾਲ ਕੀਤੀ ਕਿ ਤੁਸੀਂ ਗ੍ਰਿਫਤਾਰ ਨਹੀਂ ਕਰ ਰਹੇ, ਉਹ ਖੁੱਲ੍ਹੇਆਮ ਘੁੰਮ ਰਹੇ ਨੇ, ਉਹ ਅੱਗੋਂ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਦੱਸ ਦਿਓ ਕਿੱਥੇ ਨੇ ਤੇ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਪਕੜ ਲੈਂਦੇ ਹਾਂ। ਉਹ ਕਹਿ ਰਹੇ ਨੇ ਉੱਥੋਂ ਮੇਰੇ ਬ੍ਰਦਰ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਮੇਰੇ ਵੱਲੋਂ ਸਾਨੂੰ ਕਿ ਤੁਸੀਂ ਸਾਡਾ ਕੁਛ ਨਹੀਂ ਕਰ ਸਕਦੇ, ਕਿ ਡੈਨੀ ਐਮਐਲਏ ਦੀ ਅਪਰੋਚ ਹੈਗੀ ਹੈ। ਬ੍ਰਦਰ ਸਾਨੂੰ ਕਿਸੇ ਨੂੰ ਇੱਕ ਬੰਦਾ ਕੋਈ ਘਰ ਆਇਆ ਸੀ, ਸਾਡੇ ਘਰ ਆ ਕੇ ਗੇਟ ਤੇ ਆ ਕੇ ਆਪਾਂ ਗੇਟ ਤੱਕ ਗਏ, ਧਮਕੀ ਦਿੱਤੀ ਹੈ ਕਿ ਤੁਸੀਂ ਆਪਣਾ ਕੇਸ ਵਾਪਸ ਲੈ ਲਓ, ਨਹੀਂ ਤਾਂ ਤੁਹਾਨੂੰ ਕਿੰਨਾ ਮਾਰ ਦਿੱਤਾ ਜਾਏਗਾ, ਤੁਹਾਡੇ ਉੱਪਰ ਤੇਰੇ ਉੱਪਰ ਡਰੱਗਸ ਦੇ ਕੇਸ ਲਗਾ ਦਿੱਤੇ ਜਾਣਗੇ, ਡੈਨੀ ਐਮਐਲਏ ਤੁਹਾਨੂੰ ਬਚਣ ਨਹੀਂ ਦੇਗਾ। ਉਹ ਨਾਲ ਹੀ ਕਹਿ ਕੇ ਨਿਕਲ ਗਿਆ ਤੇ ਜਦੋਂ ਆਪਾਂ ਉਹਨਾਂ ਦਾ ਫੇਸ ਵੀ ਨਹੀਂ ਦੇਖ ਪਾਏ, ਉਹ ਗੇਟ ਤੱਕ ਪਹੁੰਚੇ ਆਪਾਂ ਤੇ ਉਹ ਨਿਕਲ ਕੇ ਇੰਨਾ ਬੋਲ ਕੇ ਤੇ ਉੱਥੋਂ ਹੀ ਨਿਕਲ ਗਏ ਨੇ। ਐਕਚੁਅਲੀ 9 ਮਰਲੇ ਦੀ ਜਗ੍ਹਾ ਸੀ ਮੇਰੇ ਪਾਪਾ ਦੀ ਮਹਿਤਾ ਚੌਂਕ ਵਿੱਚ, 9 ਮਰਲੇ ਦੀ 4.5 ਮਰਲੇ ਮੇਰੇ ਪਾਪਾ ਦੇ ਨਾਮ ਤੇ ਸੀ, 4.5 ਮਰਲੇ ਮੇਰੇ ਮੰਮਾ ਦੇ ਨਾਮ ਤੇ ਸੀ। ਪਹਿਲਾਂ ਮੇਰੇ ਬ੍ਰਦਰ ਨੇ ਇੱਕ 4.5 ਮਰਲੇ ਦੀ ਫੇਕ ਵਿਲ ਤਿਆਰ ਕੀਤੀ ਪਾਪਾ ਵੱਲੋਂ ਕਿ ਉਹ ਮੇਰੇ ਨਾਮ ਤੇ ਪ੍ਰਾਪਰਟੀ ਕਰਕੇ ਗਏ ਨੇ। ਫੇਕ ਵਿਲ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਵੈ ਕਿ ਪਾਪਾ ਨੇ ਘਰ ਤੇ ਇੱਕ ਹੋਰ ਪਾਪਾ ਦੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਉਹਨਾਂ ਦੇ ਨਾਮ ਤੇ ਕਰ ਦਿੱਤੀ ਹੈ, ਬ੍ਰਦਰ ਦੇ ਨਾਮ ਤੇ, ਕਿ ਉਹਦੇ ਵਿੱਚ ਸਹਿਮਤੀ ਵੀ ਜਤਾਈ ਹੈ ਕਿ ਮੇਰੀ ਮਦਰ ਵੀ, ਮੇਰੀ ਵਾਈਫ ਤੇ ਮੇਰੀ ਬੇਟੀ ਵੀ ਇਸ ਗੱਲ ਤੋਂ ਸਹਿਮਤ ਹੈ। ਉਸ ਤੋਂ ਬਾਅਦ ਉਹ ਹੋਈ ਹੈ, ਉਸ ਤੋਂ ਬਾਅਦ ਉਹ ਹੋਣ ਤੋਂ ਬਾਅਦ ਕਿ ਨਾ ਉਹਨਾਂ ਨੇ ਬਾਬੇ ਬਕਾਲੇ ਜਾ ਕੇ ਮੇਰੇ ਬ੍ਰਦਰ ਨੇ ਬਕਾਇਦਾ ਸਾਡੀ ਇੱਕ ਫੋਟੋ ਲੈ ਕੇ ਮੇਰੇ ਤੇ ਮੇਰੇ ਮਦਰ ਦੀ, ਉਹਨੂੰ ਐਡਿਟ ਕਰਕੇ ਆਪਣੀ ਫੋਟੋ ਦੇ ਨਾਲ ਲਗਾ ਕੇ ਉੱਥੇ ਲਗਾਈ ਹੈ ਕਿ ਆਪਾਂ ਉੱਥੇ ਉਦੋਂ ਜਦੋਂ ਬਾਬਾ ਬਕਾਲਾ ਤਹਿਸੀਲ ਵਿੱਚ ਪ੍ਰੈਜ਼ੈਂਟ ਆ ਉਸ ਟਾਈਮ ਤੇ ਆਪਾਂ ਸਾਈਨ ਵੀ ਕੀਤੇ ਨੇ, ਜਦਕਿ ਉਹ ਸਾਈਨ ਆਪਾਂ ਕੀਤੇ ਨਹੀਂ, ਕਦੀ ਆਪਾਂ ਉੱਥੇ ਗਏ ਵੀ ਨਹੀਂ ਆ। ਇੱਕ ਉਹ 4.5 ਮਰਲੇ ਦਾ ਉਹਨੇ ਇਹ ਕੀਤਾ, ਫਿਰ 4.5 ਮਰਲੇ ਦੀ ਜਿਹੜੀ ਮੇਰੇ ਮੰਮਾ ਦੀ ਸੀ, ਇੱਕੋ 9 ਮਰਲੇ ਦੀ ਜਗ੍ਹਾ ਵਿੱਚੋਂ
ਉਹ ਹਵਾਈ ਤਬਾਦਲਾ ਕਰਵਾ ਕੇ ਆਪਣੇ ਨਾਮ ਤੇ ਕਰਵਾ ਲਿਆ, ਜਦਕਿ ਉਹ ਕਹਿੰਦਾ ਕਿ ਮੈਂ ਹਵਾਈ ਤਬਾਦਲਾ ਕਰਵਾਇਆ, ਇਹਨਾਂ ਨੂੰ ਮੈਂ ਦੂਸਰੀ ਜਗ੍ਹਾ ਦੇ ਦਿੱਤੀ ਹੋਈ ਹੈ ਕਿਸੇ ਹੋਰ ਪਿੰਡ ਦੀ। ਸਾਨੂੰ ਉਹ ਵੀ ਨਹੀਂ ਪਤਾ ਉਹ ਜਗ੍ਹਾ ਹੈ ਨਹੀਂ ਹੈ, ਕਿੱਥੇ ਹੈ, ਉਹਦਾ ਉਸ ਟਾਈਮ ਦਾ ਅਮਾਊਂਟ ਕੀ ਹੈ, ਉਹ ਕਿੰਨੇ ਦੀ ਹੈ ਕਿੰਨੇ ਦੀ ਨਹੀਂ ਹੈ, ਸਾਨੂੰ ਉਸ ਬਾਰੇ ਕੁਝ ਵੀ ਨਹੀਂ ਪਤਾ। ਮੇਨ ਪੁਆਇੰਟ ਹੈ ਵੈ ਇਸ ਟਾਈਮ ਤੇ ਕਿ ਮੇਰੇ ਬ੍ਰਦਰ ਨੂੰ ਜਿਹੜੀ ਸਪੋਰਟ ਮਿਲ ਰਹੀ ਹੈ ਉਹ ਡੈਨੀ MLA ਦੀ ਮਿਲ ਰਹੀ ਹੈ। ਪੁਲਿਸ ਜਿਹੜੀ ਹੈ, ਸੀਨੀਅਰ ਆਫੀਸਰ ਜਿਹੜੇ ਨੇ ਉਹਨਾਂ ਕੋਲ ਜਾਂਦੇ ਆ ਆਪਾਂ, ਉਹ ਸੁਣਦੇ ਨੇ, ਉਹ ਅੱਗੇ ਫੋਨ ਵੀ ਕਰਦੇ ਨੇ, ਉਹ ਫੋਨ ਕਰਨ ਦੇ ਉਹ ਥੋੜੀ ਜਿਹੀ ਕਾਰਵਾਈ ਕਰਦੇ ਨੇ ਕਿ ਹਾਂ ਦੇਖਦੇ ਆ ਕਰਦੇ ਆ, ਉਸ ਤੋਂ ਬਾਅਦ ਉਹਨਾਂ ਕੁਝ ਨਹੀਂ ਹੁੰਦਾ ਹੈਗਾ। ਜਦ ਕਿ ਸਾਡਾ ਜਿਹੜਾ ਡੋਰੀ ਕੇਸ ਜਿਹੜਾ ਸਾਡੇ ਉੱਪਰ ਹੋਇਆ ਸੀ ਉਹ ਕਿੰਨਾ SP ਮੈਮ ਅਮਨਦੀਪ ਕੌਰ ਵੱਲੋਂ ਕੈਂਸਲ ਕਰ ਦਿੱਤਾ ਗਿਆ ਸੀ ਵਿਦਿਨ 3 ਮੰਥ। ਉਸ ਤੋਂ ਬਾਅਦ ਉਹ ਹਜੇ ਤੱਕ ਪੈਂਡਿੰਗ ਹੈ ਕੋਰਟ ਵਿੱਚ, ਉਹਨਾਂ ਨੇ ਹਜੇ ਤੱਕ ਨਹੀਂ ਦਿੱਤਾ ਕੈਂਸਲੇਸ਼ਨ ਲਈ। ਆਪਾਂ ਕਿੰਨੇ ਚੱਕਰ ਲਗਾ ਚੁੱਕੇ ਆ, SSP ਸਰ ਕੋਲ ਜਾਂਦੇ ਸਾਂ ਪਹਿਲੇ, ਅਸੀਂ ਉਹਨਾਂ ਕੋਲ ਜਾਂਦੇ ਆ ਕਹਿਣ ਵਾਸਤੇ, ਕਰਵਾ ਦਿੰਦੇ ਆ, ਕਹਿ ਦਿੰਦੇ ਆ ਉਹਨਾਂ ਨੂੰ ਕਰਕੇ। ਤੇ ਹੁਣ ਜਿਹੜੇ ਜੰਡਿਆਲਾ ਦੇ SHO ਨਿਊ ਆਏ ਨੇ ਉਹਨਾਂ ਨੇ ਕਿਹਾ ਕਿ ਆਪਾਂ ਪੇਸ਼ ਕਰਾਂਗੇ। ਹੁਣ ਹੋਲੀਡੇਜ਼ ਚੱਲ ਰਹੇ ਨੇ, ਹੁਣ ਅੱਗੇ ਦੇਖੋ ਕੀ ਕਾਰਵਾਈ ਕਰਦੇ ਨੇ ਉਹਦੇ ਤੇ ਵੀ। ਤੇ ਜਿਹੜੀ FIR ਹੋਈ ਹੈ ਬ੍ਰਦਰ ਦੇ ਅਗੇਂਸਟ, ਗੁਰਦੀਪ ਸਿੰਘ ਦੇ ਅਗੇਂਸਟ, ਉਹ FIR ਹੈ ਮਹਿਤਾ ਚੌਂਕ ਦੀ 65/25 ਨੰਬਰ ਆ ਉਹਦਾ। ਤੇ ਉਹਦੇ ਵਿੱਚ ਜਿਹੜੇ ਨੇ ਦੋਸ਼ੀ ਨੇ ਗੁਰਦੀਪ ਸਿੰਘ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਨਿਊ ਗੋਲਡਨ ਐਵਨਿਊ ਦਾ, ਪਟਵਾਰੀ ਯਸ਼ਪਾਲ ਸਿੰਘ ਹੈ ਮਹਿਤਾ ਚੌਂਕ ਦਾ, ਮਹਿਤੇ ਚੌਂਕ ਦਾ ਐਡਰੈਸ ਆ ਉਹਨਾਂ ਦਾ, ਸਵਰਨ ਸਿੰਘ ਨੇ ਨੰਬਰਦਾਰ ਉਦੋਂ ਨੰਗਲ ਦੇ ਰਹਿਣ ਵਾਲੇ ਨੇ, ਗਵਾਹ ਸੁਰਜੀਤ ਸਿੰਘ ਇਹ ਵੀ ਉਦੋਂ ਨੰਗਲ ਦੇ ਰਹਿਣ ਵਾਲੇ ਨੇ, ਜਿਨ੍ਹਾਂ ਉੱਪਰ ਚਾਰੋਂ ਉੱਪਰ FIR ਹੋ ਚੁੱਕੀ ਹੋਈ ਹੈ। ਪਰ ਇਸ ਟਾਈਮ ਤੇ ਉਹ ਆਰਾਮ ਨਾਲ ਘੁੰਮ ਰਹੇ ਨੇ, ਪੁਲਿਸ ਉਹਨਾਂ ਦੇ ਉੱਪਰ ਕੋਈ ਉਹਨਾਂ ਨੂੰ ਕੁਝ ਨਹੀਂ ਕਹਿ ਰਹੀ ਕਿ ਤੁਸੀਂ। ਮੇਰੇ ਬ੍ਰਦਰ ਨੇ ਇਸ ਟਾਈਮ ਕੀ ਹੈ ਮਹਿਤਾ ਚੌਂਕ ਵਿੱਚ ਆਪਣੀ ਸ਼ੋਪ ਵੀ ਓਪਨ ਕੀਤੀ ਹੋਈ ਹੈ, ਉਹਨੂੰ ਵੀ ਬੰਦ ਨਹੀਂ ਕਰਵਾ ਰਹੇ। ਉਸੇ ਸ਼ੋਪ ਦੇ ਉੱਪਰ ਕੇਸ ਹੋਇਆ ਮੇਰੇ ਮੰਮਾ ਦੇ ਨਾਮ ਤੇ ਪ੍ਰਾਪਰਟੀ ਹੈ, ਉਹਨੂੰ ਵੀ ਬੰਦ ਨਹੀਂ ਕਰਵਾ ਰਹੀ। ਮੰਗ ਆਈ ਹੈ ਕਿ ਦੋਸ਼ੀਆਂ ਨੂੰ ਜਿਹੜਾ ਪਕੜ ਕੇ ਉਹਨਾਂ ਨੂੰ ਜੇਲ੍ਹ 'ਚ ਕੀਤਾ ਜਾਵੇ, ਸਾਨੂੰ ਇਨਸਾਫ ਦਿਵਾਇਆ ਜਾਏ। FIR ਲੌਂਚ ਹੋਣ ਤੋਂ ਬਾਅਦ ਪੁਲਿਸ ਦਾ ਫਰਜ਼ ਇਹੀ ਬਣਦਾ ਹੈ ਕਿ ਉਹ ਦੋਸ਼ੀਆਂ ਨੂੰ ਐਜ਼ ਸੂਨ ਐਜ਼ ਪੋਸੀਬਲ ਅਰੈਸਟ ਕਰਕੇ ਅਧਿਮਾਨਯੋਗ ਅਦਾਲਤ ਅੱਗੇ ਪੇਸ਼ ਕੀਤਾ ਜਾਵੇ। ਲੇਕਿਨ ਇਸ ਕੇਸ ਦੇ ਵਿੱਚ ਪਰਮਜੀਤ ਦੀ ਕੰਪਲੇਂਟ ਤੇ ਇਹ ਪਰਚਾ ਦਰਜ ਹੋਇਆ ਹੈ ਔਰ ਥਰੋ ਇਨਵੈਸਟੀਗੇਸ਼ਨ ਜਿਹੜੀ ਕੀਤੀ ਗਈ ਸੀ DSP ਸਾਹਿਬ ਵੱਲੋਂ, ਉਸ ਤੋਂ ਬਾਅਦ ਇਹ ਪਰਚਾ ਦਰਜ ਹੋਇਆ। ਔਰ ਇਸ ਕੇਸ ਤੋਂ ਦਰਜ ਹੋਣ ਤੋਂ ਬਾਅਦ ਦੋ ਦੋਸ਼ੀਆਂ ਨੇ ਆਪਣੀ ਜ਼ਮਾਨਤ ਅਰਜ਼ੀ ਕੱਲ੍ਹ ਲਗਾਈ ਸੀਗੀ 25 ਤਰੀਕ ਨੂੰ, ਉਹ ਖਾਰਜ ਹੋ ਗਈ ਹੈ। ਔਰ 2 ਜਣਿਆਂ ਦੀ ਅਜੇ ਇੱਕ ਦੀ 28 ਨੂੰ ਔਰ ਇੱਕ ਦੀ 30 ਨੂੰ ਰਿਮਾਂਡਯੋਗ ਅਦਾਲਤ ਵਿੱਚ ਪੈਂਡਿੰਗ ਪਈ ਹੋਈ ਹੈ। ਲੇਕਿਨ 10 ਦਿਨ ਹੋਣ ਦੇ ਬਾਵਜੂਦ 10 ਦਿਨ ਗੁਜ਼ਰ ਗਏ ਨੇ, ਉਸ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਕੇਸ ਦੇ ਵਿੱਚ। ਮਾਨਯੋਗ ਅਦਾਲਤ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਵਜੂਦ ਵੀ, ਪੁਲਿਸ ਨੂੰ ਇਸ ਗੱਲ ਦਾ ਪਤਾ ਹੋਣ ਦੇ ਬਾਵਜੂਦ ਵੀ ਉਹ ਪੋਲੀਟੀਕਲ ਪ੍ਰੈਸ਼ਰ ਦੇ ਹੇਠਾਂ ਆ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਔਰ ਦੋਸ਼ੀ ਬੇਖੌਫ ਏਰੀਆ ਵਿੱਚ ਘੁੰਮ ਰਹੇ ਆ। ਔਰ ਕੰਪਲੇਨੈਂਟ ਨੂੰ ਔਰ ਉਹਨਾਂ ਦੀ ਬੇਟੀ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਕਿ ਅਸੀਂ ਤੁਹਾਨੂੰ ਫੇਕ ਕੇਸਿਸ ਦੇ ਵਿੱਚ, ਜਿਹੜਾ ਫਾਲਸ ਕੇਸਿਸ ਵਿੱਚ ਫਸਾ ਦਿੱਤਾ ਜਾਊਗਾ। ਇਹ ਬਹੁਤ ਗਲਤ ਕੀਤਾ ਜਾ ਰਿਹਾ। ਇਹ ਮੇਰੀ ਮਾਨਯੋਗ ਕਮਿਸ਼ਨਰ ਸਾਹਿਬ ਤੋਂ ਵੀ, SSP ਸਾਹਿਬ ਜਿਹੜੇ ਰੂਰਲ ਆਪਣਾ ਅੰਮ੍ਰਿਤਸਰ ਦੇ SSP ਸਾਹਿਬ ਨੇ, ਉਹਨਾਂ ਤੋਂ ਮੇਰੀ ਮੰਗ ਹੈ ਕਿ ਇਹਨਾਂ ਨੂੰ ਹਦਾਇਤ ਦਿੱਤੀ ਜਾਵੇ, ਮਹਿਤਾ ਥਾਣੇ ਦੇ SHO ਸਾਹਿਬ ਨੂੰ, ਕਿ ਇਹਨਾਂ ਨੂੰ ਐਜ਼ ਸੂਨ ਐਜ਼ ਪੋਸੀਬਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਦੈਟ ਕਿ ਕੰਪਲੇਨੈਂਟ ਨੂੰ ਨਿਆਂ ਦਿੱਤਾ ਜਾਵੇ ਇਸ ਕੇਸ ਦੇ ਵਿੱਚ। ਬਿਲਕੁਲ, ਜੇ ਇਹ 90 ਦਿਨਾਂ ਦੇ ਵਿੱਚ ਉਹਨਾਂ ਨੂੰ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਕੋਰਟ ਵਿੱਚ, ਤੇ ਉਹ 167(2) ਦੇ ਤਹਿਤ ਉਹਨਾਂ ਨੂੰ ਬੇਲ ਆਟੋਮੈਟਿਕਲੀ ਮਿਲ ਜਾਏਗੀ। ਬਿਲਕੁਲ, ਪੁਲਿਸ ਤੇ ਬਾਇਸਡ ਹੈ ਹੀ ਇਸ ਕੇਸ ਦੇ ਵਿੱਚ, ਪੁਲਿਸ ਤਾਂ ਬਾਇਸਡ ਹੈ, ਪਰ ਉਹ ਇਸ ਤੇ 167(2) ਦੀ ਤਾਂ ਹੋ ਸਕਦੀ ਹੈ ਜੇ ਉਹ ਦੋਸ਼ੀ ਗ੍ਰਿਫਤਾਰ ਹੋਇਆ ਹੋਵੇ ਤਾਂ। ਲੇਕਿਨ ਇਸ ਕੇਸ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਜਾ ਰਿਹਾ, ਉਹਨੂੰ ਐਂਟੀਸਪੇਟਰੀ ਬੇਲ ਵਾਸਤੇ ਹੀ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੁਸੀਂ ਉਹਨਾਂ ਨਾਲ ਫੈਸਲਾ ਕਰ ਲਓ। ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ। ਇਹ ਸਾਰਾ ਹੀ ਮੈਟਰ ਜਿਹੜਾ ਮਾਮਲਾ ਇਹ ਹੋਇਆ ਹੈ, ਇਹ ਜਿਹੜੀ ਵੀ ਇਹ ਧਾਂਦਲੇਬਾਜ਼ੀ ਹੋਈ ਹੈ ਜਾਂ ਕਪਲੇਬਾਜ਼ੀ ਹੋਈ ਹੈ, ਕਾਗਜ਼ੀ ਕਾਰਵਾਈ ਹੋਈ ਹੈ, ਇਹ ਸਾਰੀ ਪੋਲੀਟੀਕਲ ਇੰਟਰਫੇਰੈਂਸ ਕਰਕੇ ਹੀ ਹੋਈ ਹੈ। ਇਹ ਸਾਰਾ ਕੁਝ ਕਲੀਅਰ ਹੋ ਚੁੱਕਾ ਹੁਣ ਕਿ ਇਹ ਸਾਰਾ ਹੀ, ਕਿਉਂਕਿ ਜੇ ਮਾਲ ਵਿਭਾਗ ਦੇ ਕਰਮਚਾਰੀਆਂ ਨੇ ਇਹ ਕੰਮ ਗਲਤ ਕੀਤਾ ਤੇ ਉਹ ਵੀ ਇਹਨਾਂ ਦੀ ਸ਼ਹਿਰ ਹੀ ਕੀਤਾ। ਹੁਣ ਜੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਉਹ ਵੀ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਹੀ ਕਾਰਵਾਈ ਨਹੀਂ ਕਰ ਰਹੀ। ਸੋ ਇਹ ਸਾਰਾ ਹੀ, ਇਹ 2 ਮਾਂ ਬੇਟੀਆਂ ਨੇ, ਇਹਨਾਂ ਨਾਲ ਜਿੰਨਾ ਕੁ ਅਨਿਆਏ ਹੋ ਰਿਹਾ ਉਹ ਸਾਹਮਣੇ ਨਜ਼ਰ ਆ ਹੀ ਰਿਹਾ। ਸੋ ਮੇਰੀ ਇਹ ਮੁੱਖ ਮੰਤਰੀ ਸਾਹਿਬ ਤੋਂ ਵੀ ਇੱਕ ਅਪੀਲ ਹੈ ਕਿ ਤੁਹਾਡੇ ਰਾਹੀਂ ਮੈਂ ਅਪੀਲ ਕਰਦਾ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਔਰ ਐਜ਼ ਸੂਨ ਐਜ਼ ਪੋਸੀਬਲ ਇਹਨਾਂ ਦੀ ਕਾਰਵਾਈ ਕਰਵਾਈ ਜਾਵੇ ਇਹਨਾਂ ਦੀ ਕੰਪਲੇਂਟ 'ਤੇ। ਅਸੀਂ ਨੈਚੁਰਲੀ ਹਾਇਰ ਅਫੀਸ਼ੀਅਲਸ ਕੋ ਜਾ ਕੇ ਆਪਣੀ ਕੰਪਲੇਂਟ ਦੇਵਾਂਗੇ ਕਿ ਇਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਤਾਂ ਸਾਡੀ ਦਰਖਾਸਤ ਹੈ ਕਿ ਹਾਇਰ ਅਫੀਸ਼ੀਅਲਸ ਨੂੰ ਦੇ ਸਕਦੇ ਹਾਂ। ਜੇ SHO ਜਾਂ ਥਾਣੇ ਦੇ ਲੈਵਲ 'ਤੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਤਾਂ ਅਸੀਂ ਆਪਣੀ ਅਪੀਲ ਜਾਂ ਆਪਣੀ ਦਰਖਾਸਤ ਜਿਹੜੀ ਹੈ ਹਾਇਰ ਪੁਲਿਸ ਅਫੀਸ਼ੀਅਲਸ ਨੂੰ ਜ਼ਰੂਰ ਦੇਵਾਂਗੇ ਔਰ ਅਸੀਂ ਤਿਆਰੀ ਕਰ ਚੁੱਕੇ ਹਾਂ। ਮੰਡੇ ਨੂੰ ਸ਼ਾਇਦ ਅਸੀਂ ਇਹਦੇ ਵਿੱਚ SSP ਸਾਹਿਬ ਨੂੰ ਦੁਬਾਰਾ ਮਿਲਾਂਗੇ ਇਸ ਮਾਮਲੇ ਦੇ ਵਿੱਚ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਜਾਣਬੁੱਝ ਕੇ ਨਹੀਂ ਕੀਤੀ ਜਾ ਰਹੀ।
ਜੋ ਕਿ ਸਪਸ਼ਟ ਹੈ।